ਪਿਆਰੇ ਬੱਚਿਓ, ਅੱਜ ਆਪਾਂ 9ਵੀਂ ਕਲਾਸ ਦਾ ਇਤਿਹਾਸ ਦਾ ਪਾਠ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ ਦੇ ਪ੍ਰਸ਼ਨ ਉੱਤਰ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਬਹੁ ਵਿਕਲਪੀ ਪ੍ਰਸ਼ਨ ਹਨ। ਪਹਿਲਾ ਪ੍ਰਸ਼ਨ ਹੈ, ਲੇਖਕ ਮੁਸਲਿਮ ਸਮਾਜ ਦੇ ਕਿਹੜੇ ਵਰਗ ਵਿੱਚ ਆਉਂਦੇ ਸਨ? ਯਾਨੀ ਲਿਖਾਰੀ ਜੋ ਕੋਈ ਕਵਿਤਾ ਜਾਂ ਕੋਈ ਕਹਾਣੀ ਜਾਂ ਕੋਈ ਨਾਟਕ ਲਿਖਦਾ ਜਿਹੜਾ ਬੰਦਾ, ਉਹ ਉਸ ਵੇਲੇ ਕਿ ਮੁਸਲਿਮ ਸਮਾਜ ਦੇ ਵਿੱਚ ਕਿਹੜੇ ਵਰਗ 'ਚ ਆਉਂਦਾ ਸੀ? ਤਾਂ ਕਿਹੜੇ ਵਰਗ 'ਚ ਆਉਂਦਾ ਸੀ ਉਹ? ਉਸ ਦਾ ਉੱਤਰ ਹੈ ਬੱਚੋ ਮੱਧ ਵਰਗ। ਦੂਸਰਾ ਪ੍ਰਸ਼ਨ ਹੈ, ਦੇਵੀ ਦੁਰਗਾ ਦੀ ਪੂਜਾ ਕਰਨ ਵਾਲਿਆਂ ਨੂੰ ਕੀ ਕਿਹਾ ਜਾਂਦਾ ਸੀ? ਵੈਸ਼ਨਵ, ਸ਼ਾਕਤ, ਸ਼ੈਵ, ਸੁੰਨੀ। ਤਾਂ ਇਸ ਦਾ ਉੱਤਰ ਹੈ ਬੱਚਿਓ ਸ਼ਾਕਤ। ਜਜ਼ੀਆ ਕੀ ਹੈ? ਧਰਮ, ਧਾਰਮਿਕ ਕਰ, ਪ੍ਰਥਾ ਜਾਂ ਗਹਿਣੇ? ਤਾਂ ਜਜ਼ੀਆ ਕੀ ਆ? ਇੱਕ ਧਾਰਮਿਕ ਕਰ ਆ, ਕਰ ਯਾਨੀ ਟੈਕਸ ਹੈ। ਉਲਮਾ ਕੌਣ ਸਨ? ਮਜ਼ਦੂਰ, ਮੁਸਲਿਮ ਧਾਰਮਿਕ ਨੇਤਾ, ਹਿੰਦੂ ਧਾਰਮਿਕ ਨੇਤਾ, ਕੋਈ ਵੀ ਨਹੀਂ। ਤਾਂ ਉਲਮਾ ਕੌਣ ਸਨ? ਮੁਸਲਿਮ ਧਾਰਮਿਕ ਨੇਤਾ ਸਨ। ਸੱਚਾ ਸੌਦਾ ਦੀ ਘਟਨਾ ਕਿੱਥੇ ਘਟੀ? ਚੂਹੜਕਾਨੇ, ਹਰਿਦੁਆਰ, ਰਾਏ ਭੋਏ, ਸਈਦਪੁਰ। ਤਾਂ ਇਸ ਦਾ ਉੱਤਰ ਹੈ ਚੂਹੜਕਾਨੇ। ਇੱਥੇ ਸੱਚਾ ਸੌਦਾ ਦੀ ਘਟਨਾ ਹੋਈ ਸੀ। ਅੱਗੇ ਬੱਚਿਓ ਖਾਲੀ ਥਾਵਾਂ। ਪਹਿਲੀ ਆ, ਮੁਸਲਮਾਨਾਂ ਦੀਆਂ ਸੁੰਨੀ ਅਤੇ ਡੈਸ਼ ਦੋ ਮੁੱਖ ਸੰਪਰਦਾਵਾਂ ਸਨ। ਸੁੰਨੀ ਅਤੇ ਸ਼ੀਆ ਉੱਤਰ ਥੱਲੇ ਲਿਖੇ ਹੋਏ ਆ। ਦੂਸਰੀ ਖਾਲੀ ਥਾਂ, ਡੈਸ਼ ਨੂੰ ਮੰਨਣ ਵਾਲੇ ਲੋਕ ਵਿਸ਼ਨੂੰ ਦੀ ਪੂਜਾ ਕਰਦੇ ਸਨ। ਵੈਸ਼ਨਵ ਮੱਤ। ਤੀਸਰਾ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਉਦੇਸ਼ ਸਾਰੀ ਮਨੁੱਖ ਜਾਤੀ ਦਾ ਕਲਿਆਣ ਸੀ। ਚੌਥਾ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿੱਚ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦਾ ਸੰਦੇਸ਼ ਦਿੱਤਾ। ਪੰਜਵਾਂ, ਸੁਲਤਾਨਪੁਰ ਵਿੱਚ ਰਹਿੰਦਿਆਂ ਗੁਰੂ ਜੀ ਰੋਜ਼ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਸਨ। ਅੱਗੇ ਸਹੀ ਮਿਲਾਨ ਕਰੋ। ਆ ਪਾਣੀਪਤ ਦੀ ਪਹਿਲੀ ਲੜਾਈ, ਸੱਚਾ ਸੌਦਾ, ਸ਼੍ਰੀ ਗੁਰੂ ਅੰਗਦ ਦੇਵ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ। ਅੱਗੇ ਇਹਨਾਂ ਦੇ ਉੱਤਰ ਲਿਖੇ ਹੋਏ ਆ। ਚੂਹੜਕਾਨਾ 1526 ਈਸਵੀ, ਤਲਵੰਡੀ ਭਾਈ ਲਹਿਣਾ ਜੀ। ਅਤੇ ਪਾਣੀਪਤ ਦੀ ਪਹਿਲੀ ਲੜਾਈ 1526 ਨੂੰ ਹੋਈ। ਸੱਚਾ ਸੌਦਾ ਚੂਹੜਕਾਨਾ ਵਿਖੇ ਘਟਨਾ ਹੋਈ ਸੀ। ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਨਾਮ ਜਿਹੜਾ ਭਾਈ ਲਹਿਣਾ ਜੀ ਸੀ। ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਕਿਹੜੀ ਸੀ? ਰਾਏ ਭੋਏ ਦੀ ਤਲਵੰਡੀ। ਤਾਂ ਬੱਚਿਓ ਆ ਉੱਤਰ ਹੈਗੇ ਆ, ਇਹ ਤੁਹਾਨੂੰ ਮਾਰਕ ਕਰਕੇ ਦੱਸਦੇ ਆ। ਅੱਗੇ ਮੁਸਲਿਮ ਉੱਚ ਵਰਗ ਦੇ ਬਾਰੇ ਪ੍ਰਸ਼ਨ ਆ। ਇਸ ਵਰਗ ਵਿੱਚ ਵੱਡੇ ਵੱਡੇ ਸਰਦਾਰ, ਇਕਤਾਦਾਰ, ਉਲਮਾ ਅਤੇ ਸਈਦ ਆਦਿ ਦੀ ਗਿਣਤੀ ਹੁੰਦੀ ਸੀ। ਇਕਤਾਦਾਰ ਕੌਣ ਹੁੰਦੇ ਸੀ? ਇੱਕ ਤਰ੍ਹਾਂ ਦੇ ਜ਼ਗੀਰਦਾਰ ਹੁੰਦੇ ਸੀ ਜਿਹੜੇ ਜ਼ਮੀਨ 'ਤੇ ਕਿਸਾਨਾਂ ਦੇ ਕੋਲੋਂ ਖੇਤੀਬਾੜੀ ਕਰਾਉਂਦੇ ਸੀ। ਸਰਦਾਰ ਰਾਜ ਦੀਆਂ ਉੱਚ ਪਦਵੀਆਂ 'ਤੇ ਨਿਯੁਕਤ ਸਨ। ਉਹਨਾਂ ਨੂੰ ਖਾਨ, ਮਲਿਕ, ਅਮੀਰ ਆਦਿ ਕਿਹਾ ਜਾਂਦਾ ਸੀ। ਇਕਤਾਦਾਰ ਇੱਕ ਤਰ੍ਹਾਂ ਦੇ ਜ਼ਗੀਰਦਾਰ ਸਨ। ਸਰਦਾਰਾਂ ਦਾ ਜੀਵਨ ਅਕਸਰ ਅਯਾਸ਼ੀ ਵਾਲਾ ਸੀ। ਉਹ ਮਹਿਲਾਂ ਜਾਂ ਵਿਸ਼ਾਲ ਭਵਨਾਂ ਵਿੱਚ ਨਿਵਾਸ ਕਰਦੇ ਸਨ। ਉਹ ਸ਼ਰਾਬ, ਸ਼ਬਾਬ ਅਤੇ ਸੰਗੀਤ ਵਿੱਚ ਗੁਆਚੇ ਰਹਿੰਦੇ ਸਨ। ਉਲਮਾ ਲੋਕਾਂ ਦਾ ਸਮਾਜ ਵਿੱਚ ਬੜਾ ਆਦਰ ਸੀ। ਉਹਨਾਂ ਨੂੰ ਅਰਬੀ ਅਤੇ ਕੁਰਾਨ ਦੀ ਪੂਰਨ ਜਾਣਕਾਰੀ ਹੁੰਦੀ ਸੀ। ਅਨੇਕਾਂ ਉਲਮਾ ਰਾਜ ਵਿੱਚ ਨਿਆਂ ਕਾਰਜਾਂ ਵਿੱਚ ਲੱਗੇ ਹੋਏ ਸਨ। ਉਹ ਕਾਜ਼ੀਆਂ ਦੀਆਂ ਪਦਵੀਆਂ 'ਤੇ ਲੱਗੇ ਹੋਏ ਸਨ ਅਤੇ ਧਾਰਮਿਕ ਅਤੇ ਨਿਆਇਕ ਅਹੁਦਿਆਂ 'ਤੇ ਕੰਮ ਕਰ ਰਹੇ ਸਨ। ਇਹ ਮੁਸਲਿਮ ਉੱਚ ਵਰਗ ਸੀ। ਹੁਣ ਅੱਗੇ ਮੁਸਲਿਮ ਮੱਧ ਵਰਗ ਆ। ਸਾਨੂੰ ਪਤਾ ਵੀ ਮੁਸਲਿਮ ਸਮਾਜ 3 ਵਰਗਾਂ ਵਿੱਚ ਵੰਡਿਆ ਹੋਇਆ ਸੀ: ਉੱਚ ਵਰਗ, ਮੱਧ ਵਰਗ ਅਤੇ ਨਿਮਨ ਵਰਗ। ਅਤੇ ਮੱਧ ਵਰਗ ਦੇ ਵਿੱਚ ਕਿਸਾਨ, ਵਪਾਰੀ, ਸੈਨਿਕ ਅਤੇ ਛੋਟੇ ਸਰਕਾਰੀ ਕਰਮਚਾਰੀ ਸ਼ਾਮਲ ਸਨ। ਮੁਸਲਮਾਨ ਵਿਦਵਾਨਾਂ ਅਤੇ ਲੇਖਕਾਂ ਦੀ ਗਿਣਤੀ ਵੀ ਇਸੇ ਸ਼੍ਰੇਣੀ ਵਿੱਚ ਕੀਤੀ ਜਾਂਦੀ ਸੀ। ਭਾਵੇਂ ਇਸ ਸ਼੍ਰੇਣੀ ਦੇ ਮੁਸਲਮਾਨਾਂ ਦੀ ਗਿਣਤੀ ਉੱਚ ਸ਼੍ਰੇਣੀ ਦੇ ਲੋਕਾਂ ਨਾਲੋਂ ਵਧੇਰੇ ਸੀ, ਫਿਰ ਵੀ ਇਹਨਾਂ ਦਾ ਜੀਵਨ ਪੱਧਰ ਉੱਚ ਸ਼੍ਰੇਣੀ ਜਿਹਾ ਉੱਚਾ ਨਹੀਂ ਸੀ। ਮੱਧ ਸ਼੍ਰੇਣੀ ਦੇ ਕਿਸਾਨਾਂ ਦੀ ਆਰਥਿਕ ਹਾਲਤ ਅਤੇ ਸਥਿਤੀ ਹਿੰਦੂਆਂ ਦੇ ਮੁਕਾਬਲੇ ਜ਼ਰੂਰ ਚੰਗੀ ਸੀ। ਇਸ ਵਰਗ ਦਾ ਜੀਵਨ ਪੱਧਰ ਹਿੰਦੂਆਂ ਨਾਲੋਂ ਕਾਫੀ ਉੱਚਾ ਸੀ। ਅੱਗੇ ਬੱਚਿਓ ਵੈਸ਼ਨਵ ਮੱਤ ਅਤੇ ਸ਼ੈਵ ਮੱਤ ਦੇ ਵਿੱਚ ਫਰਕ ਆ, ਅੰਤਰ ਪੁੱਛਿਆ ਗਿਆ ਹੈ। ਵੈਸ਼ਨਵ ਮੱਤ ਕੀ ਸੀ? ਵੈਸ਼ਨਵ ਮੱਤ ਨੂੰ ਮੰਨਣ ਵਾਲੇ ਲੋਕ ਵਿਸ਼ਨੂੰ ਅਤੇ ਉਸਦੇ ਅਵਤਾਰਾਂ ਰਾਮ ਕ੍ਰਿਸ਼ਨ ਆਦਿ ਦੀ ਆਰਾਧਨਾ ਕਰਦੇ ਸਨ। ਇਹ ਲੋਕ ਸ਼ਾਕਾਹਾਰੀ ਸਨ।
ਵੈਸ਼ਨਵ ਅਤੇ ਵਿਸ਼ਨੂੰ, ਇਹ ਯਾਦ ਰੱਖਿਓ, ਤੁਹਾਨੂੰ ਫਿਰ ਪਤਾ ਰਹਿ ਜਾਊਗਾ ਵੀ ਇਹ ਕਿਸ ਭਗਵਾਨ ਦੀ ਪੂਜਾ ਕਰਦੇ ਸਨ। ਦੂਸਰਾ ਸ਼ੈਵ ਮਤ। ਸ਼ੈਵ ਮਤ ਨੂੰ ਮੰਨਣ ਵਾਲੇ ਲੋਕ ਸ਼ਿਵ ਜੀ ਦੀ ਪੂਜਾ ਕਰਦੇ ਸਨ। ਇਸ ਵਿੱਚ ਗੋਰਖਪੰਥੀ, ਨਾਥਪੰਥੀ, ਕੰਨਪਟੇ ਜੋਗੀ ਸ਼ਾਮਲ ਸਨ। ਸ਼ੈਵ ਮਤ ਸ਼ਿਵ ਜੀ, ਠੀਕ ਹੈ, ਸ਼ੈਵ ਮਤ ਸ਼ਿਵ ਜੀ, ਵੈਸ਼ਨਵ ਮਤ ਵਿਸ਼ਨੂੰ। ਇਹ ਯਾਦ ਰੱਖੋਗੇ ਤਾਂ ਤੁਹਾਨੂੰ ਕੁਐਸਚਨ ਯਾਦ ਕਰਨਾ ਸੌਖਾ ਹੋ ਜਾਊਗਾ। ਅੱਗੇ ਛੋਟੇ ਪ੍ਰਸ਼ਨ ਹੈਗੇ ਆ। ਲੋਧੀ ਵੰਸ਼ ਦਾ ਆਖਰੀ ਸ਼ਾਸਕ ਕੌਣ ਸੀ? ਇਬਰਾਹਿਮ ਲੋਧੀ। ਦੂਸਰਾ, ਬਾਬਰ ਨੂੰ ਪੰਜਾਬ 'ਤੇ ਹਮਲਾ ਕਰਨ ਲਈ ਕਿਸ ਨੇ ਸੁਨੇਹਾ ਭੇਜਿਆ? ਦੌਲਤ ਖਾਂ ਲੋਧੀ ਨੇ ਬਾਬਰ ਨੂੰ ਪੰਜਾਬ 'ਤੇ ਹਮਲਾ ਕਰਨ ਲਈ ਸੁਨੇਹਾ ਭੇਜਿਆ। ਤੀਸਰਾ, ਲੋਧੀ ਕਾਲ ਵਿੱਚ ਕਿਹੜੇ ਧਾਰਮਿਕ ਨੇਤਾਵਾਂ ਨੂੰ ਰਾਜਨੀਤਿਕ ਸਰਪ੍ਰਸਤੀ ਹਾਸਲ ਸੀ? ਲੋਧੀ ਕਾਲ ਵਿੱਚ ਮੁਸਲਿਮ ਕੁਲੀਨ ਵਰਗ ਦੇ ਉਲਮਾ ਅਤੇ ਸੂਫੀ ਸ਼ੇਖਾਂ ਨੂੰ ਰਾਜਨੀਤਿਕ ਸਰਪ੍ਰਸਤੀ ਹਾਸਲ ਸੀ। ਚੌਥਾ ਪ੍ਰਸ਼ਨ, ਜਜ਼ੀਆ ਤੋਂ ਕੀ ਭਾਵ ਹੈ? ਪਹਿਲਾਂ ਵੀ ਆਪਾਂ ਕੀਤਾ ਹੈ। ਜਜ਼ੀਆ ਇੱਕ ਕਿਸਮ ਦਾ ਕਰ ਸੀ ਜੋ ਮੁਗਲ ਸ਼ਾਸਕ ਗੈਰ ਮੁਸਲਿਮ ਲੋਕਾਂ ਤੋਂ ਇਕੱਠਾ ਕਰਦੇ ਸਨ। ਇਸ ਦੇ ਬਦਲੇ ਉਹ ਉਹਨਾਂ ਦੀ ਰੱਖਿਆ ਦੀ ਜ਼ਿੰਮੇਵਾਰੀ ਲੈਂਦੇ ਸਨ। ਪੰਜਵਾਂ ਪ੍ਰਸ਼ਨ ਹੈ, ਤੀਰਥ ਯਾਤਰਾ ਕਰ ਤੋਂ ਕੀ ਭਾਵ ਹੈ? ਤੀਰਥ ਯਾਤਰਾ ਕਰ ਗੈਰ ਮੁਸਲਮਾਨਾਂ ਤੋਂ ਲਿਆ ਜਾਂਦਾ ਸੀ। ਇਹ ਕਰ ਉਹ ਆਪਣੇ ਧਾਰਮਿਕ ਸਥਾਨ ਦੀ ਯਾਤਰਾ ਕਰਨ ਲਈ ਦਿੰਦੇ ਸਨ। ਛੇਵਾਂ ਪ੍ਰਸ਼ਨ, ਪਾਣੀਪਤ ਦੀ ਪਹਿਲੀ ਲੜਾਈ ਕਦੋਂ ਅਤੇ ਕਿਹਨਾਂ ਵਿਚਕਾਰ ਹੋਈ? ਪਾਣੀਪਤ ਦੀ ਪਹਿਲੀ ਲੜਾਈ 1526 ਵਿੱਚ ਹੋਈ। ਇਹ ਲੜਾਈ ਬਾਬਰ ਅਤੇ ਇਬਰਾਹਿਮ ਲੋਧੀ ਵਿਚਕਾਰ ਹੋਈ। ਸੱਤਵਾਂ, ਮੁਸਲਿਮ ਧਰਮ ਦੇ ਦੋ ਮੁੱਖ ਸੰਪਰਦਾਇ ਕਿਹੜੇ ਸਨ? ਸੁੰਨੀ ਅਤੇ ਸ਼ੀਆ। ਅੱਠਵਾਂ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਰਾਏਭੋਏ ਦੀ ਤਲਵੰਡੀ ਨਾਂ ਦੇ ਪਿੰਡ ਵਿਖੇ ਹੋਇਆ, ਜ਼ਿਲ੍ਹਾ ਸ਼ੇਖੂਪੁਰਾ। ਹੁਣ ਇਸ ਸਥਾਨ ਨੂੰ ਸ਼੍ਰੀ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਨਨਕਾਣਾ ਸਾਹਿਬ ਕਿੱਥੇ ਹੈ? ਇਹ ਪਾਕਿਸਤਾਨ ਦੇ ਵਿੱਚ ਹੈ। ਨੌਵਾਂ ਪ੍ਰਸ਼ਨ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਦਾ ਨਾਂ? ਤ੍ਰਿਪਤਾ ਜੀ ਮਾਤਾ ਦਾ ਨਾਂ ਅਤੇ ਪਿਤਾ ਦਾ ਨਾਂ ਮਹਿਤਾ ਕਾਲੂ ਜੀ, ਇਹ ਸਾਨੂੰ ਪਤਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਕਿਸੇ ਦੋ ਪ੍ਰਮੁੱਖ ਬਾਣੀਆਂ ਦੇ ਨਾਂ ਦੱਸੋ? ਜਪਜੀ ਸਾਹਿਬ, ਵਾਰਮਾਝ, ਵਾਰਮਲਾਰ ਉਹਨਾਂ ਦੀਆਂ ਬਾਣੀਆਂ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀਆਂ ਗਈਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ? ਉਹਨਾਂ ਨੂੰ ਕੀ ਕਿਹਾ ਜਾਂਦਾ ਬੱਚਿਓ? ਉਹਨਾਂ ਨੂੰ ਕਿਹਾ ਜਾਂਦਾ ਹੈ ਉਦਾਸੀਆਂ। ਅੱਗੇ 50-60 ਸ਼ਬਦਾਂ ਵਾਲੇ ਵੱਡੇ ਪ੍ਰਸ਼ਨ ਆ। ਪਹਿਲਾ ਪ੍ਰਸ਼ਨ ਵਿੱਚ 16ਵੀਂ ਸਦੀ ਦੇ ਆਰੰਭ ਵਿੱਚ ਔਰਤਾਂ ਦੀ ਸਥਿਤੀ ਬਾਰੇ ਨੋਟ ਲਿਖੋ। 16ਵੀਂ ਸਦੀ ਦੇ ਆਰੰਭ ਵਿੱਚ ਸਮਾਜ ਵਿੱਚ ਇਸਤਰੀਆਂ ਦੀ ਦਿਸ਼ਾ ਚੰਗੀ ਨਹੀਂ ਸੀ। ਉਹਨਾਂ ਨੂੰ ਅਬਲਾ ਅਤੇ ਹੀਨ ਸਮਝਿਆ ਜਾਂਦਾ ਸੀ। ਘਰ ਵਿੱਚ ਉਸ ਦੀ ਦਸ਼ਾ ਇੱਕ ਨੌਕਰਾਣੀ ਦੇ ਸਮਾਨ ਸੀ, ਸੋ ਉਸ ਨੂੰ ਸਦਾ ਮਨੁੱਖਾਂ ਦੇ ਅਧੀਨ ਰਹਿਣਾ ਪੈਂਦਾ ਸੀ। ਕੁਝ ਰਾਜਪੂਤ ਕਬੀਲੇ ਅਜਿਹੇ ਵੀ ਸਨ ਜੋ ਕੰਨਿਆ ਨੂੰ ਦੁੱਖ ਦਾ ਕਾਰਨ ਮੰਨਦੇ ਸਨ ਅਤੇ ਪੈਦਾ ਹੁੰਦੇ ਹੀ ਮਾਰ ਦਿੰਦੇ ਸਨ। ਮੁਸਲਿਮ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਚਿੰਤਾਜਨਕ ਸੀ। ਉਹ ਮਨ ਪਰਚਾਵੇ ਦਾ ਸਾਧਨ ਮਾਤਰ ਹੀ ਸਮਝੀ ਜਾਂਦੀ ਸੀ। ਇਸ ਪ੍ਰਕਾਰ ਜਨਮ ਤੋਂ ਲੈ ਕੇ ਮੌਤ ਤੱਕ ਇਸਤਰੀ ਨੂੰ ਬੜਾ ਹੀ ਤਰਸਯੋਗ ਜੀਵਨ ਬਿਤਾਉਣਾ ਪੈਂਦਾ ਸੀ। ਦੂਸਰਾ ਪ੍ਰਸ਼ਨ, ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਕੀ ਜਾਣਦੇ ਹੋ? ਨੋਟ ਲਿਖੋ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਹੇਠ ਲਿਖੇ ਅਨੁਸਾਰ ਹਨ। ਰੱਬ ਇੱਕ ਹੈ, ਉਹ ਸਰਵ ਸ਼ਕਤੀਮਾਨ ਅਤੇ ਸਰਵਵਿਆਪੀ ਹੈ। ਜਾਤ ਪਾਤ ਦਾ ਭੇਦਭਾਵ ਇੱਕ ਦਿਖਾਵਾ ਹੈ। ਅਮੀਰ ਗਰੀਬ ਬਾਹਮਣ ਸ਼ੂਦਰ ਸਭ ਬਰਾਬਰ ਹਨ। ਸ਼ੁੱਧ ਚਰਿੱਤਰ ਮਨੁੱਖ ਨੂੰ ਮਹਾਨ ਬਣਾਉਂਦਾ ਹੈ। ਰੱਬ ਦੀ ਭਗਤੀ ਸੱਚੇ ਮਨ ਨਾਲ ਕਰਨੀ ਚਾਹੀਦੀ ਹੈ। ਗੁਰੂ ਨਾਨਕ ਦੇਵ ਜੀ ਨੇ ਸੱਚੇ ਗੁਰੂ ਨੂੰ ਮਹਾਨ ਦੱਸਿਆ। ਉਹਨਾਂ ਦਾ ਵਿਸ਼ਵਾਸ ਸੀ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਸੱਚੇ ਗੁਰੂ ਦਾ ਹੋਣਾ ਜ਼ਰੂਰੀ ਹੈ। ਮਨੁੱਖ ਨੂੰ ਸਦਾ ਨੇਕ ਕਮਾਈ ਖਾਣੀ ਚਾਹੀਦੀ ਹੈ। ਇਸਤਰੀ ਦੀ ਜਗ੍ਹਾ ਬਹੁਤ ਉੱਚੀ ਹੈ। ਉਹ ਵੱਡੇ ਵੱਡੇ ਮਹਾਂਪੁਰਖਾਂ ਨੂੰ ਜਨਮ ਦਿੰਦੀ ਹੈ, ਇਸ ਲਈ ਇਸਤਰੀ ਦੀ ਇੱਜ਼ਤ ਕਰਨੀ ਚਾਹੀਦੀ ਹੈ। ਤੀਸਰਾ ਪ੍ਰਸ਼ਨ ਹੈ ਬੱਚਿਓ, ਲੋਧੀ ਕਾਲ ਵਿੱਚ ਮੱਧ ਵਰਗ 'ਤੇ ਨੋਟ ਲਿਖੋ। ਲੋਧੀ ਕਾਲ ਵਿੱਚ ਮੱਧ ਵਰਗ ਵਿੱਚ ਕਿਸਾਨ, ਵਪਾਰੀ, ਸੈਨਿਕ, ਛੋਟੇ ਛੋਟੇ ਸਰਕਾਰੀ ਕਰਮਚਾਰੀ, ਬ੍ਰਾਹਮਣ ਸਨ। ਮੁਸਲਮਾਨ ਵਿਦਵਾਨਾਂ ਅਤੇ ਲੇਖਕਾਂ ਦੀ ਗਿਣਤੀ ਵੀ ਇਸੇ ਸ਼੍ਰੇਣੀ ਵਿੱਚ ਕੀਤੀ ਜਾਂਦੀ ਸੀ। ਭਾਵੇਂ ਇਸ ਵਰਗ ਦੇ ਮੁਸਲਮਾਨਾਂ ਦੀ ਗਿਣਤੀ ਉੱਚ ਸ਼੍ਰੇਣੀ ਦੇ ਲੋਕਾਂ ਨਾਲੋਂ ਵਧੇਰੇ ਸੀ, ਫਿਰ ਵੀ ਇਹਨਾਂ ਦਾ ਜੀਵਨ ਪੱਧਰ ਉੱਚ ਵਰਗ ਜਿਹਾ ਨਹੀਂ ਸੀ। ਮੱਧ ਵਰਗ ਦੇ ਮੁਸਲਮਾਨਾਂ ਦੀ ਆਰਥਿਕ ਹਾਲਤ ਹਿੰਦੂਆਂ ਦੇ ਮੁਕਾਬਲੇ ਚੰਗੀ ਸੀ। ਉਹਨਾਂ ਨੂੰ ਰਾਜ ਵਿੱਚ ਕਾਫੀ ਸੁਤੰਤਰਤਾ ਪ੍ਰਾਪਤ ਸੀ। ਸਮਾਜ ਵਿੱਚ ਉਹਨਾਂ ਦਾ ਚੰਗਾ ਸਨਮਾਨ ਸੀ। ਇਸ ਵਰਗ ਦਾ ਜੀਵਨ ਪੱਧਰ ਹਿੰਦੂਆਂ ਨਾਲੋਂ ਉੱਚਾ ਸੀ। ਚੌਥਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਕਿਹੜੇ ਰੀਤੀ ਰਿਵਾਜ਼ਾਂ ਦਾ ਖੰਡਨ ਕੀਤਾ? ਗੁਰੂ ਨਾਨਕ ਸਾਹਿਬ ਦਾ ਵਿਚਾਰ ਸੀ ਕਿ ਬਾਹਰੀ ਕਰਮਕਾਂਡਾਂ ਵਿੱਚ ਸੱਚੀ ਧਾਰਮਿਕ ਸ਼ਰਧਾ ਭਗਤੀ ਲਈ ਕੋਈ ਜਗ੍ਹਾ ਨਹੀਂ ਸੀ। ਇਸ ਲਈ ਉਹਨਾਂ ਨੇ ਕਰਮਕਾਂਡਾਂ ਦਾ ਖੰਡਨ ਕੀਤਾ। ਜਿਨ੍ਹਾਂ ਚੀਜ਼ਾਂ ਦਾ ਉਹਨਾਂ ਨੇ ਖੰਡਨ ਕੀਤਾ ਉਹ ਸੀਗੀਆਂ ਵੇਦ ਸ਼ਾਸਤਰ, ਮੂਰਤੀ ਪੂਜਾ, ਤੀਰਥ ਯਾਤਰਾ
ਅਤੇ ਮਨੁੱਖੀ ਜੀਵਨ ਦੇ ਮਹੱਤਵਪੂਰਨ ਮੌਕਿਆਂ ਨਾਲ ਸੰਬੰਧਿਤ ਸੰਸਕਾਰ ਵਿਧੀਆਂ ਅਤੇ ਰੀਤੀ ਰਿਵਾਜ। ਗੁਰੂ ਨਾਨਕ ਦੇਵ ਜੀ ਨੇ ਯੋਗੀਆਂ ਦੀ ਪ੍ਰਣਾਲੀ ਨੂੰ ਵੀ ਅਸਵੀਕਾਰ ਕੀਤਾ। ਇਸ ਦੇ ਦੋ ਮੁੱਖ ਕਾਰਨ ਸਨ: ਯੋਗੀਆਂ ਦੁਆਰਾ ਪਰਮਾਤਮਾ ਪ੍ਰਤੀ ਵਿਹਾਰ ਵਿੱਚ ਸ਼ਰਧਾ ਭਗਤੀ ਦੀ ਅਣਹੋਂਦ ਅਤੇ ਆਪਣੇ ਮੱਠਵਾਸੀ ਜੀਵਨ ਵਿੱਚ ਸਮਾਜਿਕ ਜ਼ਿੰਮੇਵਾਰੀਆਂ ਤੋਂ ਮੂੰਹ ਮੋੜਨਾ। ਇਹ ਦੋ ਕਾਰਨ ਸੀ ਜਿਸ ਕਰਕੇ ਉਹਨਾਂ ਨੇ ਯੋਗੀਆਂ ਦੁਆਰਾ ਜੋ ਪ੍ਰਣਾਲੀ ਚਲਾਈ ਜਾਂਦੀ ਸੀ ਉਹਨੂੰ ਅਸਵੀਕਾਰ ਕੀਤਾ। ਗੁਰੂ ਨਾਨਕ ਦੇਵ ਜੀ ਨੇ ਵੈਸ਼ਨਵ ਭਗਤੀ ਨੂੰ ਸਵੀਕਾਰ ਨਹੀਂ ਕੀਤਾ ਅਤੇ ਆਪਣੀ ਵਿਚਾਰਧਾਰਾ ਵਿੱਚ ਅਵਤਾਰਵਾਦ ਨੂੰ ਵੀ ਕੋਈ ਥਾਂ ਨਹੀਂ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੇ ਮੁੱਲਾਂ ਲੋਕਾਂ ਦੇ ਵਿਸ਼ਵਾਸਾਂ, ਪ੍ਰਥਾਵਾਂ ਅਤੇ ਵਿਹਾਰਾਂ ਦਾ ਵੀ ਖੰਡਨ ਕੀਤਾ। ਲੋਧੀ ਕਾਲ ਵਿੱਚ ਮੁਸਲਿਮ ਵਰਗ 'ਤੇ ਨੋਟ ਲਿਖੋ। ਲੋਧੀ ਕਾਲ ਵਿੱਚ ਮੁਸਲਿਮ ਸਮਾਜ ਹੇਠ ਲਿਖੇ 3 ਵਰਗਾਂ ਵਿੱਚ ਵੰਡਿਆ ਹੋਇਆ ਸੀ। ਉੱਚ ਵਰਗ, ਇਸ ਵਰਗ ਵਿੱਚ ਵੱਡੇ ਵੱਡੇ ਸਰਦਾਰ, ਇਕਤਾਦਾਰ, ਉਲਮਾ ਅਤੇ ਸੱਯਦ ਆਦਿ ਦੀ ਗਿਣਤੀ ਆਉਂਦੀ ਸੀ। ਸਰਦਾਰ ਰਾਜ ਵਿੱਚ ਉੱਚ ਪਦਵੀਆਂ 'ਤੇ ਨਿਯੁਕਤ ਸਨ। ਉਹਨਾਂ ਨੂੰ ਖਾਨ, ਮਲਿਕ, ਅਮੀਰ ਆਦਿ ਕਿਹਾ ਜਾਂਦਾ ਸੀ। ਇਕਤਾਦਾਰ ਇੱਕ ਤਰ੍ਹਾਂ ਦੀ ਜਾਗੀਰਦਾਰ ਸਨ। ਸਮਾਜ ਵਿੱਚ ਉਹਨਾਂ ਦਾ ਜੀਵਨ ਪੱਧਰ ਉੱਚ ਪੱਧਰ ਦਾ ਸੀਗਾ। ਜੇ ਬੱਚੇ ਆਪਾਂ ਡਿਟੇਲ 'ਚ ਲਿਖਣਾ ਤਾਂ ਇਸ ਬਾਰੇ ਆਪਾਂ ਪਹਿਲਾਂ ਵੀ ਕੁਐਸਚਨ ਕੀਤਾ, ਤੁਸੀਂ ਉਹ ਕੁਐਸਚਨ ਵੀ ਲਿਖ ਸਕਦੇ ਹੋ। ਮੱਧ ਵਰਗ ਦੇ ਬਾਰੇ ਵੀ ਆਪਾਂ ਪ੍ਰਸ਼ਨ ਕੀਤਾ ਪਹਿਲਾਂ। ਮੱਧ ਵਰਗ ਵਿੱਚ ਕਿਸਾਨ, ਵਪਾਰੀ, ਸੈਨਿਕ ਅਤੇ ਛੋਟੇ ਸਰਕਾਰੀ ਕਰਮਚਾਰੀ ਸ਼ਾਮਲ ਸਨ। ਮੁਸਲਮਾਨ ਵਿਦਵਾਨਾਂ ਅਤੇ ਲੇਖਕਾਂ ਦੀ ਗਿਣਤੀ ਇਸੇ ਵਰਗ ਵਿੱਚ ਕੀਤੀ ਜਾਂਦੀ ਸੀ। ਭਾਵੇਂ ਇਸ ਵਰਗ ਦੇ ਮੁਸਲਮਾਨਾਂ ਦੀ ਗਿਣਤੀ ਉੱਚ ਵਰਗ ਦੇ ਲੋਕਾਂ ਨਾਲੋਂ ਵਧੇਰੇ ਸੀ, ਫਿਰ ਵੀ ਇਹਨਾਂ ਦਾ ਜੀਵਨ ਪੱਧਰ ਉੱਚ ਵਰਗ ਜਿਹਾ ਉੱਚਾ ਨਹੀਂ ਸੀ। ਇਸ ਵਰਗ ਦਾ ਜੀਵਨ ਪੱਧਰ ਹਿੰਦੂਆਂ ਨਾਲੋਂ ਕਾਫੀ ਉੱਚਾ ਸੀ। ਨੀਵਾਂ ਅਤੇ ਨਿਮਨ ਵਰਗ। ਮੁਸਲਮਾਨ ਸ਼੍ਰੇਣੀ ਦੀ ਗੱਲ ਕਰਦੇ ਪਏ ਆਪਾਂ। ਨੀਵੇਂ ਵਰਗ ਵਿੱਚ ਸ਼ਿਲਪਕਾਰ, ਨਿੱਜੀ ਸੇਵਕ, ਦਾਸ ਦਾਸੀਆਂ ਆਦਿ ਦੀ ਗਿਣਤੀ ਕੀਤੀ ਜਾਂਦੀ ਸੀ। ਇਸ ਵਰਗ ਦੇ ਮੁਸਲਮਾਨਾਂ ਦਾ ਜੀਵਨ ਪੱਧਰ ਵਧੇਰੇ ਉੱਚਾ ਨਹੀਂ ਸੀ। ਉਹਨਾਂ ਨੂੰ ਰੋਜ਼ੀ ਕਮਾਉਣ ਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਸੀ। ਨਿੱਜੀ ਸੇਵਕਾਂ ਅਤੇ ਦਾਸ ਦਾਸੀਆਂ ਨੂੰ ਵੱਡੇ ਵੱਡੇ ਸਰਦਾਰਾਂ ਦੀ ਨੌਕਰੀ ਕਰਨੀ ਪੈਂਦੀ ਸੀ। ਸੋ ਇਸ ਤਰ੍ਹਾਂ ਬੱਚਿਓ ਇਹ ਆਪਣਾ ਪਾਠ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਦਾ ਜਿਹੜਾ ਸਮਕਾਲੀ ਸਮਾਜ ਉਹ ਕਿਹੋ ਜਿਹਾ ਸੀਗਾ। ਉਹਦੇ ਵਿੱਚ ਮੁਸਲਿਮ ਸਮਾਜ ਦੀ ਵਧੇਰੇ ਗੱਲ ਕੀਤੀ ਗਈ ਹੈ ਵੀ 3 ਹਿੱਸਿਆਂ ਵਿੱਚ ਵੰਡਿਆ ਹੋਇਆ ਸੀਗਾ: ਉੱਚ ਵਰਗ, ਮੱਧ ਵਰਗ ਅਤੇ ਨਿਮਨ ਵਰਗ। ਹਿੰਦੂਆਂ ਦੀ ਸਥਿਤੀ ਕਾਫੀ ਮਾੜੀ ਸੀ, ਇਸਤਰੀਆਂ ਦੀ ਸਥਿਤੀ ਵੀ ਕਾਫੀ ਮਾੜੀ ਸੀ। ਸੋ ਇਹ ਆਪਣਾ ਪਾਠ ਸੀਗਾ, ਉਹਦੇ ਪ੍ਰਸ਼ਨ ਉੱਤਰ ਆਪਾਂ ਕਰ ਲਏ ਆ। ਤੁਸੀਂ ਆਪਣੀ ਕਾਪੀ 'ਤੇ ਇਹਨਾਂ ਨੂੰ ਨੋਟ ਕਰ ਲਓ। ਧੰਨਵਾਦ।